सतनाम श्री वाहिगुरु साहिब जी। तुम्हारे गुण क्या कहाँ मेरे सतगुरा, जब गुर बोलहे तब बिस्म होए जाए। हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। सो कहो टल गुर सेवियै, अहनिस सहज सुभाए। परस्यै गुरु कै जन्म मरण दुख जाए। सतनाम श्री वाहिगुरु साहिब जी। श्लोक महला तीजा। भगत जना को आप तुठा मेरा प्यारा, आपे लयन जन लाए। पात साही भगत जना को दितियन, सिर छत सच्चा हर बनाए। भगत जना को आप तुठा मेरा प्यारा, आपे लयन जन लाए। पात साही भगत जना को दितियन, सिर छत सच्चा हर बनाए। सदा सुखिए निर्मले सतगुर की कार कमाए। राजे ओए न आखिए भिड़ मरह फिर जूनी पाहे। नानक बिन नावै नक्की वड्डी फिर है, शोभा मूल ना पाहे। राजे ओए ना आखिए भिड़ मरह फिर जूनी पाहे। नानक बिन नावै नक्की वड्डी फिर है, शोभा मूल ना पाहे। वाहिगुरु जी का खालसा, वाहिगुरु जी की फतेह। सरवरे कायनात हस्ती मुकद्दस दसां पातशाहियां दी आत्मिक जोत, चबर छतर तखत दे मालिक, जुगो जुग अटल
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਅੰਦਰ ਹਾਜ਼ਰੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ, ਤਿੰਨਾਂ ਦੇ ਪਾਵਨ ਬਚਨ ਨੇ। ਉਹਨਾਂ ਨੇ ਬੜਾ ਪਿਆਰਾ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਸਾਰੀ ਜ਼ਿੰਦਗੀ ਕਈ ਤਰੀਕਿਆਂ ਦੇ ਕੰਮਕਾਰ ਸਿੱਖਦਾ। ਆਪਣੇ ਪਰਿਵਾਰ ਦੇ ਨਿਰਵਾਹ ਦੇ ਵਾਸਤੇ, ਰੁਜ਼ਗਾਰ ਦੇ ਵਾਸਤੇ ਮਨੁੱਖ ਕਈ ਤਰੀਕਿਆਂ ਦੇ ਨਾਲ ਕੰਮਕਾਜ ਸਿੱਖਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਦੁਨੀਆ ਦੇ ਹਰੇਕ ਕੰਮ ਦੇ ਤੁਹਾਨੂੰ ਬਹੁਤ ਉਸਤਾਦ ਮਿਲ ਜਾਣਗੇ। ਸੰਸਾਰ ਦਾ ਕੋਈ ਵੀ ਕਰਮ ਸਿੱਖਣਾ ਹੋਵੇ, ਉਸ ਕੰਮ ਦੇ ਉਸਤਾਦਾਂ ਦੀ ਗਿਣਤੀ ਬਹੁਤ ਹੁੰਦੀ ਹੈ। ਹਰ ਕੰਮ ਦੇ ਉਸਤਾਦ ਮਿਲ ਜਾਂਦੇ ਨੇ, ਪਰ ਜਿਹੜਾ ਪੂਰਾ ਗੁਰੂ ਹੈ ਉਹ ਦੁਰਲੱਭ ਹੈ। ਬਹੁਤ ਵੱਡੇ ਭਾਗ ਹੋਣ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦਾ ਇੱਕ ਬਚਨ ਹੈ ਜੀ, ਮੁਰਸ਼ਦ ਹਰ ਚੀਜ਼ ਮੀ ਬਾਸ਼ਦ ਬਸੇ, ਮੁਰਸ਼ਦ ਕਾਮਲ ਕੁਜਾ ਯਾਬਦ ਕਸੇ। ਜਿਹੜਾ ਪੂਰਾ ਗੁਰੂ ਹੈ ਉਹ ਕਹਿੰਦੇ ਬਹੁਤ ਦੁਰਲੱਭ ਹੈ। ਤੇ ਪੂਰਾ ਗੁਰੂ ਕਰਦਾ ਕੀ ਹੈ? ਭਾਈ ਨੰਦ ਲਾਲ ਜੀ ਨੇ ਬਚਨ ਕੀਤਾ, ਕਹਿੰਦੇ ਮੁਰਸ਼ਦ ਕਾਮਲ ਇਲਾਜੇ ਦਿਲ ਕੋ ਨਦ। ਜਿਹੜਾ ਪੂਰਾ ਗੁਰੂ ਹੈ ਉਹ ਸਾਡੇ ਮਨ ਦਾ ਇਲਾਜ ਕਰਦਾ ਹੈ। ਤੇ ਗੁਰੂ ਦੇ ਅੰਦਰ ਇੰਨੀ ਤਾਕਤ ਹੈ ਕਿ ਜਿਹੜੇ ਸਾਡੇ ਅੰਦਰ ਵਿਕਾਰ ਬੈਠੇ ਹੋਏ ਨੇ, ਉਹਨਾਂ ਵਿਕਾਰਾਂ ਨੂੰ ਸੰਜਮ ਦੇ ਵਿੱਚ ਲਿਆ ਕੇ ਮਨੁੱਖ ਦੇ ਮਨ ਨੂੰ ਵਿਕਾਰਾਂ ਦੇ ਨਾਲੋਂ ਜ਼ਿਆਦਾ ਬਲਵਾਨ ਕਰ ਦਿੰਦਾ ਹੈ। ਈ ਮੁਰਾਦੇ ਦਿਲ ਬਾ ਦਿਲ ਹਾਸਲ ਕੁਨਦ। ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਨੇ ਆ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਜਾਪ ਸਰਵਣ ਕਰੀਏ, ਕਥਾ ਸਰਵਣ ਕਰੀਏ, ਕੀਰਤਨ ਸਰਵਣ ਕਰੀਏ, ਸੱਚ ਜਾਣਿਓ ਸਾਡੇ ਬਹੁਤ ਵੱਡੇ ਭਾਗ। ਤੇ ਆਪ ਸਭ ਸੰਗਤ ਨੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਕੱਦਸ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਦਰਸ਼ਨ ਇਸ਼ਨਾਨ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤਿੰਨਾਂ ਦੀ ਰਸਨਾ ਤੋਂ ਸਤਿਗੁਰੂ ਜੀ ਦੇ ਅੱਜ ਦੇ ਪਾਵਨ ਮੁੱਖ ਵਾਕ ਦੇ ਬਚਨ ਆਪ ਜੀ ਨੇ ਸਰਵਣ ਕੀਤੇ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੇਅੰਤ ਗੁਰੂ ਕੀਆਂ ਸੰਗਤਾਂ PTC ਚੈਨਲ ਔਰ ਇੰਟਰਨੈਟ ਦੇ ਜ਼ਰੀਏ ਸਤਿਗੁਰੂ ਜੀ ਦੀ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਯਤਨਸ਼ੀਲ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਵਿਚਾਰ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਪਾਵਨ ਮੁੱਖ ਵਾਕ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਬਚਨ ਨੂੰ ਵਡਹੰਸ ਕੀ ਵਾਰ ਵਿੱਚ 11ਵੀਂ ਪੌੜੀ ਦੇ ਅੰਦਰ ਉਚਾਰਨ ਕੀਤਾ ਹੈ। ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 590 ਦੇ ਉੱਪਰ ਸੁਭਾਏਮਾਨ ਹੈ। ਪੌੜੀ ਤੋਂ ਪਹਿਲਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ 2 ਸ਼ਲੋਕ ਅੱਜ ਦੇ ਮੁੱਖ ਵਾਕ ਦੇ ਵਿੱਚ ਦਰਜ ਹਨ।
ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੇ ਮਨੁੱਖ ਗੁਰੂ ਦੀ ਦੱਸੀ ਕਾਰ ਤੇ ਤੁਰ ਕੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਉਹਨਾਂ ਦੇ ਵਾਸਤੇ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਸਤਿਕਾਰਯੋਗ ਸ਼ਬਦ ਵਰਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਜੀ ਨੇ ਉਹਨਾਂ ਗੁਰਸਿੱਖਾਂ ਦੇ ਪਰਥਾਏ ਜਨ ਸ਼ਬਦ ਵੀ ਵਰਤਿਆ ਹੈ, ਭਗਤ ਸ਼ਬਦ ਵੀ ਵਰਤਿਆ, ਬ੍ਰਹਮ ਗਿਆਨੀ ਵੀ ਆਖਿਆ, ਖਾਲਸਾ ਵੀ ਆਖਿਆ। ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਉਹਨਾਂ ਦੇ ਵਾਸਤੇ ਮਹਾਰਾਜ ਜੀ ਨੇ ਸੇਵਕ ਸ਼ਬਦ ਵਰਤਿਆ। ਉਹਨਾਂ ਦੇ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਆਸ਼ਕ ਸ਼ਬਦ ਵੀ ਵਰਤਿਆ ਹੈ। ਆਪਾਂ ਹੁਣੇ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਸੀ। ਇਹ ਕਿਨੇ ਹੀ ਆਸ਼ਕੀ ਦੂਜਾ ਲੱਗੈ ਜਾਏ, ਨਾਨਕ ਆਸ਼ਕ ਕਾਂਢਿਐ ਸਦ ਹੀ ਰਹੈ ਸਮਾਏ। ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਦੇ ਅੰਦਰ ਗੁਰਸਿੱਖਾਂ ਦੀ ਮਹਿਮਾ ਵਡਿਆਈ ਕਰਦੇ ਹੋਏ ਬਚਨ ਸਾਡੀ ਝੋਲੀ ਦੇ ਵਿੱਚ ਪਾਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੱਬੀ ਦਰ ਤੇ ਪ੍ਰਵਾਨ ਹੋਏ ਗੁਰਸਿੱਖਾਂ ਦੇ ਵਾਸਤੇ ਭਗਤ ਸ਼ਬਦ ਵਰਤਿਆ। ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ। ਮੇਰੇ ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਵਾਰ ਆਪਾਂ ਸਰਵਣ ਕੀਤੀ ਹੈ, ਜਿਨ੍ਹਾਂ ਨੇ ਪੌੜੀ ਉਚਾਰਨ ਕੀਤੀ ਹੈ, ਮਹਾਰਾਜ ਜੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਉਹਨਾਂ ਨੇ ਗੁਰਸਿੱਖਾਂ ਭਗਤਾਂ ਸੰਤਾਂ ਰੱਬ ਦੇ ਪਿਆਰੇ ਗੁਰਮੁਖਾਂ ਦੀ ਮਹਿਮਾ ਦੇ ਵਿੱਚ 2 ਵਾਰੀ ਧੰਨ ਧੰਨ ਸ਼ਬਦ ਆਖਿਆ। ਧਿਆਨ ਦੇ ਕੇ ਬਚਨ ਸਰਵਣ ਕਰਿਓ। ਮਹਾਰਾਜ ਕਹਿੰਦੇ ਨੇ, ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਉਚਾਰਦੇ ਨੇ, ਮਹਾਰਾਜ ਕਹਿੰਦੇ ਨੇ ਉਹ ਧਨਤਾ ਦੇ ਯੋਗ ਨੇ। ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਜਿਹੜੇ ਰੱਬ ਦੇ ਪਿਆਰੇ ਸੰਤ ਆਪਣੇ ਕੰਨਾਂ ਦੇ ਨਾਲ ਮਾਲਕ ਦੀ ਵਡਿਆਈ ਨੂੰ ਸਰਵਣ ਕਰਦੇ ਨੇ, ਮਹਾਰਾਜ ਕਹਿੰਦੇ ਉਹ ਵੀ ਧਨਤਾ ਦੇ ਯੋਗ। ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਜਿਹੜੇ ਰੱਬ ਦੇ ਪਿਆਰੇ ਸਾਧੂ ਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਕੀਰਤਨ ਨੂੰ ਸਰਵਣ ਕਰਦੇ ਨੇ, ਮਹਾਰਾਜ ਕਹਿੰਦੇ ਉਹ ਵੀ ਧਨਤਾ ਦੇ ਯੋਗ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਜਿਹੜੇ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਤੇ ਜਿਹੜਾ ਮਨ ਕਿਸੇ ਦੇ ਕਾਬੂ ਦੇ ਵਿੱਚ ਨਹੀਂ ਆਉਂਦਾ, ਉਸ ਮਨ ਦੇ ਉੱਤੇ ਫਤਿਹ ਪ੍ਰਾਪਤ ਕਰਨ ਲਈ ਕੁਰਾਨ ਸ਼ਰੀਫ ਦੇ ਵਿੱਚ ਇੱਕ ਸ਼ਬਦ ਲਿਖਿਆ ਜੀ, ਲਾ ਤੱਤਾ ਬੇਊ ਖੁਤਵਾਤ ਸ਼ੈਤਾਨ, ਕਿ ਜਿਹੜਾ ਬੰਦੇ ਦਾ ਮਨ ਹੈ ਉਹ ਸ਼ੈਤਾਨ ਹੈ, ਮਨੁੱਖ ਨੂੰ ਬੁਰਾਈ ਦੇ ਪਿੱਛੇ ਤੋਰਦਾ ਹੈ। ਤੇ ਗੁਰੂ ਜਿਹੜਾ ਹੈ ਜਦੋਂ ਆਪਾਂ ਉਹਦੀ ਸ਼ਰਨ ਵਿੱਚ ਆਉਂਦੇ ਹਾਂ, ਉਹ ਮਨ ਨੂੰ ਸਾਡੇ ਕਾਬੂ ਦੇ ਵਿੱਚ ਲਿਆ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਧਨਤਾ ਦੇ ਯੋਗ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰ ਲਿਆ। ਤੇ ਅਖੀਰ ਤੇ ਮੇਰੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤੇ। ਗੁਰ ਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ ਜਿਹੜੇ ਗੁਰੂ ਦੀ ਪਾਵਨ ਗੋਦ ਵਿੱਚ ਆਉਂਦੇ ਨੇ, ਜਿਹੜੇ ਗੁਰੂ ਦੇ ਚਰਨਾਂ ਤੇ ਨਤਮਸਤਕ ਹੁੰਦੇ ਨੇ, ਜਿਹੜੇ ਮਨ ਕਰਕੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸ਼ਲੋਕ ਹੈ, ਸ਼ਲੋਕ ਨੂੰ ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰੀਏ ਜੀ। ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ, ਆਪੇ ਲਇਨ ਜਨ ਲਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ ਕਿ ਮੇਰਾ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਸੇ ਭਗਤ ਦੇ ਉੱਤੇ ਤੁੱਠ ਪੈਂਦਾ ਹੈ, ਪ੍ਰਸੰਨ ਹੁੰਦਾ ਹੈ, ਉਸ ਭਗਤ ਨੂੰ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ।
ਗੁਰਮੁਖੋ ਦਾਵਾ ਅਸੀਂ ਭਗਤੀ ਦਾ ਬਹੁਤ ਕਰਦੇ ਹਾਂ, ਪਰ ਉਹ ਕਿਹੜੇ ਭਗਤ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਆਪਣੇ ਵਿੱਚ ਮਿਲਾ ਲੈਂਦੇ ਨੇ, ਜਿਹੜੇ ਅਕਾਲ ਪੁਰਖ ਦਾ ਸਰੂਪ ਬਣ ਜਾਂਦੇ ਨੇ, ਜਿਹੜੇ ਗੁਰੂ ਦਾ ਰੂਪ ਬਣ ਜਾਂਦੇ ਨੇ। ਮਹਾਰਾਜ ਜੀ ਨੇ ਆਖਿਆ ਉਹਨਾਂ ਭਗਤਾਂ ਦੇ ਅੰਦਰ ਕੁਝ ਖਾਸ ਗੁਣ ਹੋਣੇ ਚਾਹੀਦੇ ਨੇ। ਭਗਤ ਸ਼ਬਦ ਤਿੰਨਾਂ ਅੱਖਰਾਂ ਦਾ ਸੁਮੇਲ ਹੈ। ਭੱਬੇ ਤੇ ਭਾਵਨਾ, ਗੱਗੇ ਤੇ ਗਿਆਨ ਤੇ ਤੱਤੇ ਤੇ ਤਿਆਗ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ, ਸ਼ਰਧਾ ਪੈਦਾ ਹੋ ਗਈ, ਸਮਝ ਲਓ ਉਹਨੇ ਭਗਤੀ ਦੇ ਪਹਿਲੇ ਪੜਾਅ ਨੂੰ ਹਾਸਲ ਕਰ ਲਿਆ। ਫਿਰ ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ ਗਿਆਨ ਆ ਗਿਆ, ਜਿਹਦੀ ਰੱਬ ਦੇ ਨਾਲ ਜਾਣ ਪਹਿਚਾਣ ਹੋ ਗਈ, ਸਮਝ ਲਓ ਉਹਨੇ ਭਗਤੀ ਦਾ ਦੂਸਰਾ ਪੜਾਅ ਪ੍ਰਾਪਤ ਕਰ ਲਿਆ। ਤੀਸਰਾ ਬਚਨ ਮਹਾਰਾਜ ਕਹਿੰਦੇ ਨੇ ਜਿਸ ਅੰਦਰ ਤਿਆਗ ਦੀ ਭਾਵਨਾ ਆ ਗਈ। ਸੰਸਾਰ ਦੀ ਭਾਵਨਾ ਕੀ ਹੈ? ਵੀ ਸਾਰਾ ਕੁਝ ਇੱਕ ਬੰਦਾ ਚਾਹੁੰਦਾ ਮੇਰੇ ਕੋਲ ਹੀ ਹੋਵੇ, ਲੇਕਿਨ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਤਿਆਗ ਵਾਲੀ ਬਿਰਤੀ ਬਣ ਜਾਂਦੀ ਹੈ। ਉਹ ਮਾਇਆ ਦਾ ਤਿਆਗ ਕਰਦੇ ਨੇ, ਵਿਕਾਰਾਂ ਦਾ ਤਿਆਗ ਕਰਦੇ ਨੇ, ਬੁਰਾਈਆਂ ਦਾ, ਔਗਣਾਂ ਦਾ ਤਿਆਗ ਕਰਕੇ ਚੱਲਦੇ ਨੇ। ਜਦੋਂ ਇਹ ਤਿੰਨ ਗੁਣ ਕਿਸੇ ਵਿੱਚ ਆ ਗਏ, ਉਹ ਭਗਤ ਬਣ ਗਿਆ। ਤੇ ਮਹਾਰਾਜ ਜੀ ਨੇ ਫਿਰ ਭਗਤ ਦੀ ਡੈਫੀਨੇਸ਼ਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਖਸ਼ਿਸ਼ ਕੀਤੀ। ਮਾਣ ਹੁੰਦੇ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਸ ਬੰਦੇ ਦਾ ਕੋਈ ਮਾਣ ਸਨਮਾਨ ਨਹੀਂ, ਜੇ ਉਹ ਬੰਦਾ ਗੁਰਮੁਖੋ ਆਪਣੇ ਆਪ ਨੂੰ ਨਿਮਾਣਾ ਕਹਿ ਦੇਵੇ ਤੇ ਗੱਲ ਨਹੀਂ ਬਣਦੀ। ਜੇ ਕਿਸੇ ਕੋਲ ਤਾਕਤ ਹੋਵੇ ਤੇ ਨਿਮਾਣਾ ਬਣ ਕੇ ਰਹੇ, ਫਿਰ ਗੱਲ ਬਣਦੀ ਹੈ। ਮਤ ਹੁੰਦੀ ਹੋਏ ਇਆਣਾ, ਮਹਾਰਾਜ ਕਹਿੰਦੇ ਨੇ ਬੰਦੇ ਦੇ ਅੰਦਰ ਬਹੁਤ ਮਤ ਹੋਵੇ, ਸਿਆਣਾ ਹੋਵੇ, ਸੂਝਵਾਨ ਹੋਵੇ, ਪਰ ਆਪਣੀ ਅਕਲ ਦਾ ਵਿਖਾਵਾ ਨਾ ਕਰੇ, ਇਆਣਾ ਬਣ ਕੇ ਰਹਿਣਾ ਆ ਜਾਵੇ। ਕਿਉਂਕਿ ਗੁਰੂ ਦੇ ਅੱਗੇ ਸਿਆਣਪ ਨਹੀਂ ਚੱਲਦੀ, ਚਤੁਰਾਈ ਨਹੀਂ ਚੱਲਦੀ। ਜਿਹਨੇ ਗੁਰੂ ਦੀ ਪ੍ਰੀਤ ਨੂੰ ਹਾਸਲ ਕਰਨਾ ਹੈ, ਮਹਾਰਾਜ ਕਹਿੰਦੇ ਉਹਨੂੰ ਇਆਣਾ ਬਣਨਾ ਪਵੇਗਾ। ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਅੱਗੇ ਇਆਣੇ ਬਣ ਕੇ ਵਿਚਰਾਂਗੇ ਤੇ ਗੁਰੂ ਗੁਰਮੁਖੋ ਸਾਨੂੰ ਨਾਮ ਤੇ ਬਾਣੀ ਦੇ ਨਾਲ ਰੱਬੀ ਸਿਆਣਪ ਬਖਸ਼ ਕੇ ਨਿਹਾਲ ਕਰੇਗਾ। ਤਾਣ ਹੁੰਦੇ ਹੋਏ ਨਿਤਾਣਾ, ਕਿਸੇ ਦੇ ਅੰਦਰ ਜ਼ੋਰ ਹੋਵੇ ਪਰ ਆਪਣੀ ਤਾਕਤ ਦਾ ਕਦੇ ਵਿਖਾਵਾ ਨਾ ਕਰੇ, ਇਹ ਭਗਤ ਦੀ ਦੂਸਰੀ ਨਿਸ਼ਾਨੀ ਹੈ। ਅਣਹੁੰਦੇ ਆਪ ਵੰਡਾਏ, ਆਪਣੇ ਕੋਲ ਭਾਵੇਂ ਦੇਣ ਵਾਸਤੇ, ਗੁਜ਼ਾਰੇ ਵਾਸਤੇ ਹੀ ਬਹੁਤ ਕੁਝ ਨਾ ਹੋਵੇ, ਗੁਜ਼ਾਰਾ ਹੀ ਮਸਾਂ ਹੋਵੇ, ਪਰ ਥੋੜੇ ਵਿੱਚੋਂ ਵੀ ਥੋੜਾ ਜਿਹੜਾ ਕਿਸੇ ਨੂੰ ਦੇਣ ਦੀ ਸਮਰੱਥਾ ਰੱਖਦਾ, ਭਾਵਨਾ ਰੱਖਦਾ, ਮਹਾਰਾਜ ਕਹਿੰਦੇ ਕੋਈ ਐਸਾ ਭਗਤ ਸਦਾਈ। ਅਸਲ ਦੇ ਵਿੱਚ ਉਹ ਭਗਤ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਬਣ ਜਾਂਦੇ ਨੇ, ਜਿਨ੍ਹਾਂ ਦਾ ਮਾਲਕ ਜਿਹੜੇ ਪ੍ਰਸੰਨ ਕਰ ਲੈਂਦੇ ਨੇ। ਉਹਨਾਂ ਦੇ ਅੰਦਰਲੀ ਬਿਰਤੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਣਦੀ ਹੈ ਵੀ ਉਹਨਾਂ ਦੇ ਸਾਹਮਣੇ ਕੋਈ ਸੰਸਾਰ ਦੇ ਪਦਾਰਥਾਂ ਦਾ ਢੇਰ ਵੀ ਲਾ ਦੇਵੇ, ਸੱਚ ਜਾਣਿਓ ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਕ ਬੜੀ ਪਿਆਰੀ ਇਤਿਹਾਸ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦਿਆਂ ਬਗਦਾਦ ਦੀ ਧਰਤੀ ਤੇ ਗਏ। ਉੱਥੇ ਪੀਰ ਦਸਤਗੀਰ ਵਰਗੇ ਸੱਜਣ ਮੇਰੇ ਪਾਤਸ਼ਾਹ ਦੇ ਮੁਰੀਦ ਬਣੇ। ਇੱਕ ਮੁਸਲਮਾਨ ਸੱਜਣ ਜਿਹੜਾ ਉਸ ਸਮੇਂ ਦਾ ਬੜਾ ਵੱਡਾ ਪੀਰ ਸੀ, ਸ਼ੇਖ ਬਹਿਲੋਲ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ ਬਣਿਆ। ਸਤਿਗੁਰੂ ਜੀ ਦੀ ਨਜ਼ਰੇ ਰਹਿਮਤ ਨੂੰ ਪ੍ਰਾਪਤ ਕਰਕੇ ਗੁਰੂ ਦੇ ਮਾਰਗ ਤੇ ਤੁਰਨ ਦਾ ਪ੍ਰਣ ਕੀਤਾ। ਇੰਨਾ ਬੇਪਰਵਾਹ ਹੋ ਗਿਆ, ਇੰਨੀ ਤਿਆਗ ਦੀ ਬਿਰਤੀ ਆ ਗਈ, ਰੱਬੀ ਗਿਆਨ ਦੇ ਨਾਲ ਇੰਨਾ ਲਬਾਲਬ ਭਰਪੂਰ ਹੋ ਗਿਆ ਜੀ। ਇੱਕ ਦਿਨ ਕਹਿੰਦੇ ਉਹ ਆਪਣੀ ਮਸਜਿਦ ਦੇ ਬਾਹਰ ਮਸਜਿਦ ਦੀ ਕੰਧ ਨਾਲ ਢੋ ਲਾ ਕੇ ਧੁੱਪ ਸੇਕਦਾ ਪਿਆ ਸੀ। ਸਿਆਲ ਦਾ ਮੌਸਮ ਹੋਵੇ, ਧੁੱਪ ਨਿਕਲੇ, ਤੇ ਆਮ ਤੌਰ ਤੇ ਅਸੀਂ ਕੰਧਾਂ ਦੇ ਨਾਲ ਢੋ ਲਾ ਕੇ ਪੁਰਾਣੇ ਜ਼ਮਾਨੇ ਵਿੱਚ ਲੋਕ ਧੁੱਪ ਸੇਕਿਆ ਕਰਦੇ ਸਨ।
ਉਸ ਰੱਬ ਦੇ ਪਿਆਰੇ ਨੇ ਮਸੀਤ ਦੀ ਕੰਧ ਦੇ ਨਾਲ ਢੋ ਲਾਈ ਤੇ ਲੱਤਾਂ ਪਸਾਰ ਕੇ ਬੈਠਾ ਹੋਇਆ ਹੈ। ਰੱਬ ਦੀ ਰਜ਼ਾ ਦੇ ਵਿੱਚ ਪ੍ਰਸੰਨ ਸੁਰਤੀ ਮਾਲਕ ਨਾਲ ਜੋੜ ਕੇ ਸ਼ੇਖ ਬਹਿਲੋਲ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਇਰਾਕ ਦਾ ਬਾਦਸ਼ਾਹ ਉਹਨਾਂ ਨੂੰ ਮਿਲਣ ਵਾਸਤੇ ਆਇਆ। ਭਗਤਾਂ ਦਾ ਜੀਵਨ ਵੇਖੋ ਜੀ। ਬਾਦਸ਼ਾਹ ਆਣ ਕੇ ਖਲੋਤਾ ਰਿਹਾ, ਸਾਈਂ ਜੀ ਨੂੰ ਬੁਲਾਉਣਾ ਚਾਹਿਆ ਤੇ ਬੋਲੇ ਨਹੀਂ। ਹੱਥ ਜੋੜ ਕੇ ਕਹਿਣ ਲੱਗਾ, ਸਾਈਂ ਜੀ ਮੇਰੇ ਲਾਇਕ ਕੋਈ ਸੇਵਾ ਹੋਏ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ, ਤੁਸੀਂ ਜੋ ਮੰਗੋਗੇ ਮੈਂ ਦੇਣ ਵਾਸਤੇ ਤਿਆਰ ਹਾਂ। ਬਹਿਲੋਲ ਜੀ ਕੁਝ ਸਮਾਂ ਤੇ ਚੁੱਪ ਰਹੇ ਤੇ ਅਖੀਰ ਕਹਿਣ ਲੱਗੇ, ਬਾਦਸ਼ਾਹ ਜੇ ਸਾਨੂੰ ਕੁਝ ਦੇਣਾ ਤੇ ਇੱਕ ਵਚਨ ਦੇ। ਵਚਨ ਕੀ ਸੀ ਜੀ? ਕਹਿਣ ਲੱਗੇ, ਤੇਰੇ ਵਰਗੇ ਬਾਦਸ਼ਾਹ ਸਾਡਾ ਸਮਾਂ ਖਰਾਬ ਕਰਨ ਵਾਸਤੇ ਨਾ ਆਇਆ ਕਰਨ। ਅਸੀਂ ਰੱਬ ਦੀ ਯਾਦ ਵਿੱਚ ਬੈਠੇ ਹਾਂ, ਤੂੰ ਸਾਡਾ ਸਮਾਂ ਖਰਾਬ ਕਰ ਰਹੇ ਹੈ। ਬਾਦਸ਼ਾਹ ਤੇ ਵਾਪਸ ਚਲਾ ਗਿਆ ਤੇ ਜਿਹੜੇ ਮੇਰੇ ਵਰਗੇ ਚੇਲੇ ਬੈਠੇ ਸਨ ਉਹਨਾਂ ਆਖਿਆ, ਸਾਈਂ ਲੋਕ ਜੀ ਸਾਡੇ ਇਬਾਦਤ ਖਾਨੇ ਦੀਆਂ ਕੰਧਾਂ ਵੀ ਕਮਜ਼ੋਰ ਹੋ ਗਈਆਂ, ਛੱਤ ਚੌਂਦੀ ਪਈ ਹੈ। ਜੇ ਬਾਦਸ਼ਾਹ ਨੇ ਕਿਹਾ ਸੀ ਤੁਸੀਂ ਉਹਨੂੰ ਕਹਿੰਦੇ ਵੀ ਨਵੀਂ ਮਸੀਤ ਹੀ ਬਣਾ ਦੇ, ਨਵਾਂ ਇਬਾਦਤ ਖਾਨਾ ਬਣਾ ਦੇ। ਤੇ ਬਹਿਲੋਲ ਨੇ ਗੁਰਮੁਖੋ ਇੱਕ ਬੜੀ ਕੰਮ ਦੀ ਗੱਲ ਕਹੀ, ਸਾਡੇ ਸਾਰਿਆਂ ਦੇ ਸਮਝਣਯੋਗ ਹੈ। ਉਹ ਕਹਿਣ ਲੱਗਾ, ਅੱਜ ਬਾਦਸ਼ਾਹ ਆਇਆ ਸੀ ਤੇ ਮੈਂ ਬੇਪਰਵਾਹ ਬੈਠਾ ਸਾਂ। ਜੇ ਬਾਦਸ਼ਾਹ ਦੇ ਕੋਲੋਂ 4 ਕੌਡੀਆਂ ਲੈ ਕੇ ਮਸੀਤ ਬਣਾ ਦਿੰਦਾ, ਜਦੋਂ ਦੂਸਰੀ ਵਾਰਾਂ ਬਾਦਸ਼ਾਹ ਆਉਂਦਾ ਤੇ ਮੈਨੂੰ ਖਲੋ ਕੇ ਸਵਾਗਤ ਕਰਨਾ ਪੈਣਾ ਸੀ। ਉਹਨੇ ਆਖਿਆ, ਜਿਹੜੇ ਹੱਥ ਪਸਾਰ ਕੇ ਮੰਗਣਾ ਸ਼ੁਰੂ ਕਰ ਦੇਣ ਉਹ ਲੋਕ ਲੱਤਾਂ ਪਸਾਰ ਕੇ ਬੈਠਣ ਦੀ ਜੁਰਤ ਨਹੀਂ ਕਰ ਸਕਦੇ। ਤੇ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਉਹ ਰੱਬ ਦੇ ਪਿਆਰ ਵਿੱਚ, ਮਹਾਰਾਜ ਕਹਿੰਦੇ ਨੇ, ਹਰ ਭਗਤਾਂ ਕਾ ਮੇਲੀ ਸਰਬੱਤ 100 ਨਿਸਲ ਜਨ ਟੰਗ ਧਰ। ਰੱਬ ਦੇ ਪਿਆਰੇ ਬਿਲਕੁਲ ਬੇਪਰਵਾਹ ਹੋ ਕੇ ਲੱਤਾਂ ਤੇ ਲੱਤਾਂ ਰੱਖ ਕੇ ਆਰਾਮ ਕਰਦੇ ਨੇ, ਕਿਸੇ ਦੀ ਪਰਵਾਹ ਨਹੀਂ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸੁਆਮੀ। ਮਹਾਰਾਜ ਕਹਿੰਦੇ ਨੇ ਜਿਹੜੇ ਭਗਤ ਇਹਨਾਂ ਜੀਵਨ ਦੀਆਂ ਖੂਬੀਆਂ ਨੂੰ ਧਾਰਨ ਕਰ ਲੈਂਦੇ ਨੇ, ਬੇਪਰਵਾਹ ਹੋ ਗਏ, ਤਿਆਗੀ ਹੋ ਗਏ, ਗਿਆਨੀ ਹੋ ਗਏ, ਭਾਵਨਾ ਵਾਲੇ ਹੋ ਗਏ, ਉਹਨਾਂ ਨੂੰ ਮਾਲਕ ਜੀ ਪ੍ਰਸੰਨ ਹੋ ਕੇ ਤਰੁੱਠ ਕੇ ਆਪਣੇ ਵਿੱਚ ਮਿਲਾ ਲੈਂਦੇ ਹਨ ਜੀ। ਪਾਤ ਸਾਹੀ ਭਗਤ ਜਨਾ ਕਉ ਦਿੱਤੀਨ, ਸਿਰ ਛੱਤ ਸੱਚਾ ਹਰ ਬਣਾਏ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਛਤਰ ਝੁਲਾ ਦਿੰਦਾ ਏ। ਵੱਡੀਆਂ ਵੱਡੀਆਂ ਦੀਨ ਦੁਨੀਆ ਦੀਆਂ ਪਾਤਸ਼ਾਹੀਆਂ ਆਪਣੇ ਭਗਤਾਂ ਦੀ ਝੋਲੀ ਵਿੱਚ ਮਾਲਕ ਪਾ ਦਿੰਦਾ ਏ। ਭਗਤ ਰਵਿਦਾਸ ਜੀ ਦਾ ਪਿਆਰਾ ਬਚਨ ਜੀ। ਵੇਖੋ, ਇੱਕ ਨੀਚ ਘਰਾਣੇ ਵਿੱਚ ਪੈਦਾ ਹੋਏ। ਵਕਤ ਦੇ ਲੋਕਾਂ ਨੇ ਬੜਾ ਦੁਰਕਾਰਿਆ, ਪਰ ਜਦੋਂ ਬੰਦਗੀ ਕਰਕੇ ਰੱਬ ਦੇ ਦਰ ਤੇ ਪ੍ਰਵਾਨ ਚੜੇ ਤੇ ਗੁਰਮੁਖੋ ਸੰਸਾਰ ਦੇ ਵਿੱਚ ਉਹਨਾਂ ਦੇ ਨਾਮ ਦੀ ਜੈ ਜੈਕਾਰ ਹੋਈ। ਤੇ ਭਗਤ ਸਾਹਿਬਾਨ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ, ਉਹ ਦੁਨੀਆ ਦੇ ਲੋਕੋ, ਭਾਵੇਂ ਸੰਸਾਰ ਦੇ ਵਿੱਚ ਕੋਈ ਬਹੁਤ ਵੱਡਾ ਰਾਜਾ ਹੋਵੇ, ਭਾਵੇਂ ਕੋਈ ਬਹੁਤ ਵੱਡਾ ਸੂਰਮਾ ਹੋਵੇ, ਭਾਵੇਂ ਕੋਈ ਬਹੁਤ ਵੱਡਾ ਵਿਦਵਾਨ ਹੋਵੇ, ਪਰ ਜਿੰਨਾ ਮਾਣ ਸਨਮਾਨ ਰੱਬ ਦੀ ਦਰਗਾਹ ਤੋਂ ਤੇ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਭਗਤ ਨੂੰ ਮਿਲਦਾ ਹੈ, ਉਹਦੀ ਬਰਾਬਰੀ ਕੋਈ ਦੂਸਰਾ ਨਹੀਂ ਜੀ ਕਰ ਸਕਦਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਭੰਨ ਰਵਿਦਾਸ ਜਨਮੇ ਜਗ ਹੋਏ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਪਾਤਸ਼ਾਹੀਆਂ ਬਖਸ਼ਦਾ ਏ। ਦੀਨ ਦੁਨੀਆ ਦੇ ਛਤਰ ਉਹਨਾਂ ਦੇ ਸਿਰ ਤੇ ਝੁਲਾਉਂਦਾ ਏ। ਭਗਤ ਰਵਿਦਾਸ ਜੀ ਦੇ ਉੱਤੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਗੁਰਮੁਖੋ ਉਹਨਾਂ ਨੇ ਫਿਰ ਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਿਆ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਜਾ ਕੀ ਛੋਤ ਜਗਤ ਕਉ ਲਾਗੈ, ਤਾਂ ਪਰ ਤੁਹੀਂ ਟਰੈ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮੇਰਾ ਮਾਲਕ ਏਡੀ ਤਾਕਤ ਵਾਲਾ ਹੈ ਜਿਹੜਾ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ। ਇੱਕ ਮੈਂ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹਨੇ ਬੜਾ ਸੋਹਣਾ ਸ਼ਬਦ ਲਿਖਿਆ। ਉਹ ਕਹਿੰਦਾ, ਭਗਤ ਰਵਿਦਾਸ ਜੀ ਨੇ ਤੇ ਗੋਬਿੰਦ ਸ਼ਬਦ ਵਰਤਿਆ ਸੀ ਅਕਾਲ ਪੁਰਖ ਵਾਹਿਗੁਰੂ ਦੇ ਵਾਸਤੇ।
ਪਰ ਭਗਤ ਰਵਿਦਾਸ ਜੀ ਸਰੀਰਕ ਤੌਰ ਤੇ ਸੰਸਾਰ ਤੋਂ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਕੁਝ ਸਦੀਆਂ ਬਤੀਤ ਹੋਈਆਂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ। ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦੀ ਦਾਤ ਸਤਿਗੁਰੂ ਨੂੰ ਪ੍ਰਾਪਤ ਹੋਈ ਤੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਤੇ ਬਚਨ ਕੀਤਾ, ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਨ੍ਹਾਂ ਦਾ ਸੰਸਾਰ ਦੇ ਉੱਤੇ ਕੋਈ ਮਾਣ ਨਹੀਂ, ਮੈਂ ਉਹਨਾਂ ਦੇ ਸਿਰ ਤੇ ਛਤਰ ਝੁਲਾ ਦਿਆਂਗਾ, ਉਹਨਾਂ ਨੂੰ ਤਖਤਾਂ ਤਾਜਾਂ ਦੇ ਮਾਲਕ ਬਣਾ ਦਿਆਂਗਾ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਤਖਤਾਂ ਤਾਜਾਂ ਦਾ ਮਾਲਕ ਬਣਾਉਂਦਾ ਏ। ਦੀਨ ਦੁਨੀਆ ਦੇ ਛਤਰ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਝੁਲਾ ਦਿੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨ ਤੇ ਆਪਾਂ ਜੁੜ ਕੇ ਬੈਠੇ ਹਾਂ ਜੀ। ਕੋਈ ਸਮਾਂ ਸੀ ਮੇਰੇ ਪਾਤਸ਼ਾਹ ਜੀ ਨੇ ਯਤੀਮੀ ਦੀ ਹਾਲਤ ਵਿੱਚ ਆਪਣਾ ਜੀਵਨ ਗੁਜ਼ਾਰਿਆ, ਲੇਕਿਨ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦਰ ਕਰ ਸਤਿਗੁਰੂ ਤੇ ਪ੍ਰਸੰਨ ਹੋਇਆ ਤੇ ਮਹਾਰਾਜ ਦੇ ਸੀਸ ਦੇ ਉੱਤੇ ਫਿਰ ਦੀਨ ਦੁਨੀਆ ਦਾ ਛਤਰ ਝੁਲਿਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਭਾਈ ਨੰਦ ਲਾਲ ਜੀ ਨੇ ਇਹ ਬਚਨ ਕਹੇ, ਹਮ ਅਜ ਸਲਤਨਤ ਹਮ ਅਜ ਫੁਕਰਸ਼ ਨਿਸ਼ਾ, ਗਿਰਾ ਮਾਇਆ ਤਰ ਅਫਸਰ ਅਫਸਰਾਂ। ਇਹਦਾ ਭਾਵ ਇਹ ਹੈ ਜੀ ਕਿ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਰਾਜ ਵੀ ਹੈ, ਜੋਗ ਵੀ ਹੈ। ਦੁਨੀਆ ਦੇ ਬਾਦਸ਼ਾਹ ਕੇਵਲ ਧਰਤੀ ਦੇ ਕਿਸੇ ਟੁਕੜੇ ਤੇ ਰਾਜ ਕਰਦੇ ਨੇ, ਲੇਕਿਨ ਗੁਰੂ ਰਾਮਦਾਸ ਦੇ ਬਾਦਸ਼ਾਹ ਹਨ। ਇਹ ਬਚਨ ਭਾਈ ਨੰਦ ਲਾਲ ਜੀ ਨੇ ਕੀਤਾ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਛਤਰ ਝੁਲਾ ਦਿੰਦਾ ਹੈ, ਉਹਨਾਂ ਨੂੰ ਬਾਦਸ਼ਾਹੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਜੀ। ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ। ਸਤਿਗੁਰੂ ਦੇ ਪਿੱਛੇ ਤੁਰ ਕੇ ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਦੇ ਅਨੁਸਾਰੀ ਬਣ ਕੇ ਜਿਹੜੇ ਰੱਬ ਦੇ ਭਗਤ ਨੇ ਉਹ ਸਦਾ ਵਾਸਤੇ ਸੁਖੀ ਹੋ ਜਾਂਦੇ ਹਨ। ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਂਦਾ ਹੈ ਜੀ। ਰਾਜੇ ਓਏ ਨਾ ਆਖੀਐ ਭਿੜ ਮਰਹਿ ਫਿਰ ਜੂਨੀ ਪਾਹੇ। ਮਹਾਰਾਜ ਕਹਿੰਦੇ ਨੇ ਸੰਸਾਰ ਦੇ ਲੋਕ ਦੁਨਿਆਵੀ ਰਾਜਿਆਂ ਦੇ ਬਹੁਤ ਸੋਹਲੇ ਗਾਉਂਦੇ ਨੇ, ਪਰ ਅਸਲ ਦੇ ਵਿੱਚ ਉਹ ਰਾਜੇ ਨਹੀਂ ਜਿਹੜੇ ਆਪਣੇ ਜੀਵਨ ਦੇ ਦੌਰਾਨ ਜ਼ਮੀਨ ਦੇ ਕਿਸੇ ਟੁਕੜੇ ਦੀ ਖਾਤਰ, ਕਿਸੇ ਧਨ ਦੌਲਤ ਪਦਾਰਥ ਦੀ ਖਾਤਰ ਇੱਕ ਦੂਜੇ ਨਾਲ ਲੜਦੇ ਰਹਿਣ ਤੇ ਮਰ ਮਰ ਕੇ ਜੰਮਦੇ ਰਹਿਣ, ਉਹ ਰਾਜੇ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਸ਼ਲੋਕ ਸਹਿਸਕ੍ਰਿਤੀ ਪਾਵਨ ਬਾਣੀ ਦੇ ਵਿੱਚ, ਦਾਨੰ ਪਰਾਪੂਰ ਬੇਣ ਪੁਜੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕ ਹੈ ਨਾਨਕ ਚਰੰਗ ਕਾਲ ਦੁੱਖ ਭੋਗਤੇ। ਪਿਛਲੇ ਕਰਮਾਂ ਦੇ ਕਿਸੇ ਚੰਗੇ ਸੰਸਕਾਰ ਦੇ ਨਾਲ ਮਨੁੱਖ ਨੂੰ ਰਾਜ ਭਾਗ ਮਿਲਦਾ ਹੈ ਤੇ ਤਪੋਂ ਰਾਜ ਤੇ ਰਾਜੋ ਨਰਕ ਵਾਲੀ ਗੱਲ ਉਦੋਂ ਬਣਦੀ ਹੈ ਜਦੋਂ ਰਾਜੇ ਬਣ ਕੇ ਸੰਸਾਰ ਦੇ ਲੋਕ ਜ਼ੁਲਮ ਕਰਦੇ ਨੇ। ਭਾਗਾਂ ਵਾਲਿਓ ਸਤਿਗੁਰੂ ਦੇ ਸ਼ਬਦ ਨੂੰ ਸਮਝਿਓ। ਇੱਥੇ ਬਾਦਸ਼ਾਹ ਔਰੰਗਜ਼ੇਬ ਵਰਗੇ ਆਏ ਜਿਹੜੇ 50 ਸਾਲ ਦੇ ਕਰੀਬ ਰਾਜ ਕਰਕੇ ਗਏ। ਸੰਸਾਰ ਦੇ ਵਿੱਚ ਉਹਨਾਂ ਦਾ ਨਾਮ ਕੋਈ ਸਤਿਕਾਰ ਦੇ ਨਾਲ ਨਹੀਂ ਲੈਂਦਾ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਭਾਵੇਂ ਵਕਤ ਦੇ ਬਾਦਸ਼ਾਹ ਨੇ ਉਹਨਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ, ਮਾਂ ਸ਼ਹੀਦ ਕਰ ਦਿੱਤੀ, ਬਾਪ ਸ਼ਹੀਦ ਕਰ ਦਿੱਤਾ, ਜਾਨ ਤੋਂ ਪਿਆਰੇ ਸਿੱਖ ਸ਼ਹੀਦ ਕਰ ਦਿੱਤੇ, ਪਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੇ ਉਹਨਾਂ ਦੇ ਪੰਥ ਦਾ ਨਾਮ ਜੁਗੋ ਜੁਗ ਅਟਲ ਹੈ। ਦੁਨੀਆ ਦੇ ਰਾਜਿਆਂ ਨੂੰ ਮਹਾਰਾਜ ਕਹਿੰਦੇ ਲੋਕ ਵਡਿਆਈਆਂ ਦਿੰਦੇ ਨੇ, ਉਹਨਾਂ ਦੇ ਸੋਹਲੇ ਗਾਉਂਦੇ ਨੇ, ਪਰ ਜੇ ਬਾਬੇ ਨਾਨਕ ਦੇ ਘਰ ਦੀ ਗੱਲ ਕਰੀਏ ਗੁਰਮੁਖੋ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਰਾਜ ਚਲਾਇਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਉਸ ਰਾਜ ਦੀ ਜਿਹੜੀ ਸ਼ੋਭਾ ਹੈ ਨਾ ਉਹ ਦੁਨੀਆ ਦੇ ਕਿਸੇ ਦੂਸਰੇ ਦਰਬਾਰ ਦੇ ਵਿੱਚ ਨਹੀਂ। ਇੱਕ ਪੰਜਾਬੀ ਦਾ ਬੜਾ ਪਿਆਰਾ ਕਵੀ ਹੈ ਬਾਬੂ ਫਿਰੋਜ਼ਦੀਨ ਸ਼ਰਫ, ਉਹਨੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਨੂੰ ਆਪਣੀ
ਸੁਰਤ ਨਾਲ ਨਿਹਾਰਿਆ ਤੇ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਉਹ ਕੀ ਵੇਖਦਾ ਏ ਵੀ ਦੁਨੀਆ ਦੇ ਬਾਦਸ਼ਾਹਾਂ ਦੇ ਕੋਲ ਤੇ ਕੋਈ 2-4 ਚੀਜ਼ਾਂ ਹੋਣਗੀਆਂ, ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਬਹਾਦਰੀ ਵੀ ਬੈਠੀ ਹੈ, ਮਹਾਰਾਜ ਦੇ ਦਰਬਾਰ ਦੇ ਵਿੱਚ ਹਕੂਮਤ ਵੀ ਬੈਠੀ ਹੈ, ਮਾਇਆ ਵੀ ਬੈਠੀ ਹੈ, ਫਕੀਰੀ ਵੀ ਬੈਠੀ ਹੈ, ਇਨਸਾਫ ਵੀ ਬੈਠਾ ਹੈ, ਗਿਆਨ ਵੀ ਬੈਠਾ ਹੈ, ਸੁੰਦਰਤਾ ਵੀ ਬੈਠੀ ਹੈ। ਰਿੱਧੀਆਂ ਸਿੱਧੀਆਂ ਮਹਾਰਾਜ ਦੇ ਦਰ ਤੇ ਦਾਸੀਆਂ ਬਣ ਕੇ ਬੈਠੀਆਂ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਬਾਰੇ ਉਹਨੇ ਲਿਖਿਆ ਹੈ, ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੁਰਬਾਨੀ ਵੀ ਬੈਠੀ ਹੈ, ਗੁਰਿਆਈ ਦੀ ਦਾਤ ਵੀ ਬੈਠੀ ਹੈ। ਧਿਆਨ ਦੇ ਕੇ ਸੁਣਿਓ, ਜਿਹੜੇ ਬਚਨ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਬਾਰੇ ਕਹੇ, ਉਹ ਕਹਿੰਦਾ ਲੱਗਾ ਹੋਇਆ ਸੀਗਾ ਦਰਬਾਰ ਦਸ਼ਮੇਸ਼ ਜੀ ਦਾ, ਵੇਖ ਵੇਖ ਜਿਹਨੂੰ ਕਦੇ ਚਿੱਤ ਨਾ ਰਜਾਇਆ ਜਾਵੇ, ਇੱਕ ਪਾਸੇ ਬੈਠੀ ਹੋਈ ਬਹਾਦਰੀ ਇਹ ਆਖਦੀ ਸੀ, 1.25 ਲੱਖ ਨਾਲ ਕੱਲਾ ਹੀ ਲੜਾਇਆ ਜਾਵੇ। ਬਹਾਦਰੀ ਮਹਾਰਾਜ ਦੇ ਦਰਬਾਰ ਵਿੱਚ ਬੈਠੀ ਆਖਦੀ ਆ ਵੀ ਮਹਾਰਾਜ 1.25 ਲੱਖ ਦੇ ਨਾਲ ਕੱਲੇ ਕੱਲੇ ਨੂੰ ਲੜਾਇਆ ਜਾਏ। ਇੱਕ ਪਾਸੇ ਬੈਠੀ ਬਹਾਦਰੀ ਇਹ ਆਖਦੀ ਸੀ 1.25 ਲੱਖ ਨਾਲ ਕੱਲਾ ਹੀ ਲੜਾਇਆ ਜਾਏ, ਦੂਜੇ ਪਾਸੇ ਬੈਠੀ ਹਕੂਮਤ ਇੰਜ ਆਖਦੀ ਸੀ ਨਾਨਕਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਏ। ਲక్ష్ਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ ਉਹਦੀ ਚੁੰਝ ਉੱਤੇ ਵੀ ਤਾਂ ਸੋਨਾ ਹੀ ਚੜਾਇਆ ਜਾਵੇ। ਫਕੀਰੀ ਇੰਜ ਆਖਦੀ ਸੀ ਪੈਰਾਂ 'ਚ ਖਿਤਾਬਾਂ ਤੇ ਜਗੀਰਾਂ ਨੂੰ ਰੁਲਾਇਆ ਜਾਏ। ਇਲਮ ਇੰਜ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ ਡੂੰਘਿਆਂ ਕਵਿਤਾਂ ਦਿਆਂ ਅਰਥਾਂ ਨੂੰ ਕਰਾਇਆ ਜਾਏ। ਅਦਲ, ਅਦਲ ਦਾ ਭਾਵ ਹੈ ਇਨਸਾਫ। ਅਦਲ ਇੰਜ ਆਖਦਾ ਸੀ ਆਪਣਾ ਜੇ ਹੋਵੇ ਵੈਰੀ ਉਹਨੂੰ ਵੀ ਮਸੰਦਾਂ ਵਾਂਗੂ ਜਿਉਂਦੇ ਹੀ ਜਲਾਇਆ ਜਾਏ। ਸੁੰਦਰਤਾਈ ਆਖਦੀ ਸੀ 5 ਕੱਕੀ ਸ਼ਬ ਨਾਲ ਪਰੀਆਂ ਤੇ ਅਪਸਰਾਂ ਦਾ ਚਿੱਤ ਭਰਮਾਇਆ ਜਾਏ। ਰਿਧੀ ਸਿੱਧੀ ਆਖਦੀ ਸੀ ਗੁਪਤ ਰਹਿ ਸਭ ਕੁਝ, ਖੰਡੇ ਵਾਲੀ ਧਾਰੋਂ ਕੇਵਲ ਅੰਮ੍ਰਿਤ ਵਗਾਇਆ ਜਾਏ। ਕੁਰਬਾਨੀ ਇੰਜ ਆਖਦੀ ਸੀ ਸਿੱਖੀ ਦੇ ਮਹੱਲ ਵਿੱਚ ਜਗ੍ਹਾ ਇੱਟਾਂ ਰੋੜਿਆਂ ਦੀ ਲਾਲਾਂ ਨੂੰ ਚਣਾਇਆ ਜਾਏ। ਗੁਰਿਆਈ ਇੰਜ ਆਖਦੀ ਸੀ ਇੰਜ ਵੀ ਜੇ ਹੋ ਜਾਵੇ ਤਾਂ ਵੀ ਹੰਝੂ ਅੱਖਾਂ ਵਿੱਚੋਂ ਇੱਕ ਨਾ ਵਗਾਇਆ ਜਾਏ। ਕੀ ਕੀ ਗੁਣ ਦੱਸਾਂ ਉਸ ਆਲੀ ਦਰਬਾਰ ਵਾਲੇ, ਬੋਲ ਮੈਥੋਂ ਲੱਭਦੇ ਨਹੀਂ ਜਿਨ੍ਹਾਂ ਨਾ ਸੁਣਾਇਆ ਜਾਏ। ਬਾਬੂ ਫਿਰੋਜ਼ਦੀਨ ਸ਼ਰਫ ਕਹਿੰਦਾ ਮੇਰੇ ਕੋਲ ਉਹ ਬੋਲ ਨਹੀਂ ਜਿਹਦੇ ਨਾਲ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ, ਸਤਿਗੁਰੂ ਦੇ ਰਾਜ ਦੀ ਵਡਿਆਈ ਕਰ ਸਕਾਂ। ਹਜ਼ੂਰ ਕਹਿੰਦੇ ਨੇ ਦੁਨਿਆਵੀ ਰਾਜੇ ਅਸਲ ਦੇ ਵਿੱਚ ਰਾਜੇ ਨਹੀਂ, ਰਾਜੇ ਉਹ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਪ੍ਰਮਾਤਮਾ ਨਾਮ ਤੇ ਬਾਣੀ ਦੀ ਵਰਖਾ ਕਰਕੇ ਦੀਨ ਤੇ ਦੁਨੀਆ ਦਾ ਛਤਰ ਚਲਾਉਂਦਾ ਹੈ ਜੀ। ਨਾਨਕ ਬਿਨ ਨਾਮੈ ਨੱਕੀ ਵੱਡੀ ਫਿਰੈ, ਸੋਭਾ ਮੂਲ ਨ ਪਾਹੇ। ਮਹਾਰਾਜ ਕਹਿੰਦੇ ਨੇ ਜਿਹੜੇ ਦੁਨਿਆਵੀ ਰਾਜੇ ਨੇ ਉਹ ਨਾਮ ਤੋਂ ਹੀਣੇ ਹੋਣ ਕਰਕੇ ਐਸੇ ਕਰਮ ਕਰਦੇ ਨੇ ਜਿਨ੍ਹਾਂ ਦੇ ਨਾਲ ਮਨ ਉਹਨਾਂ ਦਾ ਨੱਕ ਵੱਢਿਆ ਜਾਏ। ਹੁਣ ਨੱਕ ਵੱਢਣ ਦਾ ਭਾਵ ਇਹ ਨਹੀਂ ਵੀ ਕਿਸੇ ਦੇ ਚਿਹਰੇ ਤੋਂ ਨੱਕ ਨੂੰ ਲਾਹ ਦਿੱਤਾ ਜਾਏ ਜਾਂ ਕੱਟ ਦਿੱਤਾ ਜਾਏ। ਨੱਕ ਵੱਢਣ ਤੋਂ ਭਾਵ ਹੈ ਵੀ ਕਿਸੇ ਦੀ ਪੱਤ ਸਲਾਮਤ ਨਾ ਰਹੇ, ਕਿਸੇ ਦੀ ਇੱਜ਼ਤ ਜਿਹੜੀ ਹੈ ਸਮਾਜ ਵਿੱਚ ਸਨਮਾਨ ਕਰਨ ਦੇ ਕਾਬਿਲ ਨਾ ਰਹੇ। ਦੁਨਿਆਵੀ ਬਾਦਸ਼ਾਹ ਮਹਾਰਾਜ ਕਹਿੰਦੇ ਐਸੇ ਕਰਮ ਕਰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਨੱਕ ਮਾਲਕ ਦੀ ਦਰਗਾਹ ਦੇ ਵਿੱਚ ਵੱਢਿਆ ਜਾਂਦਾ ਹੈ ਤੇ ਮਾਲਕ ਦੇ ਘਰ ਜਾ ਕੇ ਉਹ ਕਦੇ ਵੀ ਸ਼ੋਭਾ ਪ੍ਰਾਪਤ ਨਹੀਂ ਕਰਦੇ ਜੀ। ਮਹੱਲਾ ਤੀਜਾ। ਸੁਣ ਸਿੱਖਿਆ ਸਾਧ ਨ ਆਇਓ, ਜਿਚਰ ਗੁਰਮੁਖ ਸ਼ਬਦ ਨ ਲਾਗੈ। ਧੰਨ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਦੇ ਨੇ, ਜਦੋਂ ਤੱਕ ਮਨੁੱਖ ਗੁਰੂ ਦੇ ਸ਼ਬਦ ਨਾਲ ਪ੍ਰੀਤ ਨਹੀਂ ਬਣਾਉਂਦਾ, ਸ਼ਬਦ ਦੇ ਨਾਲ ਜੁੜਦਾ ਨਹੀਂ, ਉਹਨਾਂ ਚਿਰ ਤੱਕ ਉਹਨੂੰ ਗੁਰੂ ਦੀ ਸਿੱਖਿਆ ਦਾ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਸ਼ਬਦ ਦੇ ਅਰਥ ਪੜ੍ਹਿਓ। ਮਹਾਰਾਜ ਕਹਿੰਦੇ ਜਦੋਂ ਬੰਦਾ ਗੁਰੂ ਦੇ ਸਨਮੁਖ ਹੁੰਦਾ ਹੈ,
ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ, ਕਮਾਉਣ ਦਾ ਯਤਨ ਕਰਦਾ, ਫਿਰ ਜੋ ਗੁਰੂ ਕਹਿੰਦਾ ਹੈ ਨਾ ਜੀ, ਉਹ ਸਿੱਖ ਨੂੰ ਮਿੱਠਾ ਲੱਗਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜੇ ਸਾਨੂੰ ਆਖਿਆ ਵੀ ਗੁਰੂ ਕੇ ਸਿੱਖਾ ਝੂਠ ਨਾ ਬੋਲ, ਤੇ ਸਾਨੂੰ ਬਚਨ ਕੌੜਾ ਲੱਗਦਾ, ਕਿਉਂਕਿ ਅਸੀਂ ਸ਼ਬਦ ਵਿੱਚ ਜੁੜੇ ਨਹੀਂ। ਗੁਰੂ ਨੇ ਆਖਿਆ ਸਿੱਖਾ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰੀ, ਵਿਕਾਰਾਂ ਵਾਲਾ ਕਰਮ ਨਾ ਕਰੀ, ਤੇ ਸਾਨੂੰ ਗੁਰੂ ਦੀ ਸਿੱਖਿਆ ਚੰਗੀ ਨਹੀਂ ਲੱਗਦੀ, ਕਿਉਂਕਿ ਸ਼ਬਦ ਨਾਲ ਜੁੜੇ ਨਹੀਂ। ਜਿਸ ਦਿਨ ਗੁਰੂ ਦੇ ਸਨਮੁਖ ਹੋ ਗਏ, ਸ਼ਬਦ ਨਾਲ ਜੁੜ ਗਏ ਜੀ, ਫਿਰ ਅਸੀਂ ਇਸ ਤਰ੍ਹਾਂ ਦੇ ਕਰਮ ਕਰਾਂਗੇ ਕਿ ਜਿਹਦੇ ਨਾਲ ਗੁਰੂ ਦੀ ਸਿੱਖਿਆ ਸਾਨੂੰ ਮਿੱਠੀ ਲੱਗੇਗੀ, ਪਿਆਰੀ ਲੱਗੇਗੀ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਸਤਿਗੁਰੂ ਦੇ ਦਰਬਾਰ ਵਿੱਚ ਇੱਕ ਸਿੱਖ ਆਇਆ, ਭਾਈ ਕਾਲੂ ਜੀ। ਉਹਨੇ ਪੁੱਛਿਆ, ਮਹਾਰਾਜ ਗੁਰਮੁਖਾਂ ਦੀਆਂ ਤੇ ਮਨਮੁਖਾਂ ਦੀਆਂ ਮੈਨੂੰ ਨਿਸ਼ਾਨੀਆਂ ਦੱਸੋ, ਵੀ ਨਿਸ਼ਾਨੀਆਂ ਕਿਹੜੀਆਂ ਕਿਹੜੀਆਂ ਨੇ। ਤੇ ਮਹਾਰਾਜ ਜੀ ਨੇ ਫਿਰ 10 ਨਿਸ਼ਾਨੀਆਂ ਜਿਹੜੇ ਸਨਮੁਖ ਨੇ, ਜਿਹੜੇ ਗੁਰਮੁਖ ਨੇ, ਉਹਨਾਂ ਦੀਆਂ ਦਸੀਆਂ, ਤੇ 4 ਨਿਸ਼ਾਨੀਆਂ ਉਹਨਾਂ ਦੀਆਂ ਜਿਹੜੇ ਗੁਰੂ ਤੋਂ ਬੇਮੁਖ ਨੇ, ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ। ਝਾਤੀ ਮਾਰਿਓ ਗੁਰਮੁਖੋ ਆਪਣੇ ਅੰਦਰ, ਵੀ ਸਾਡੇ ਅੰਦਰ ਉਹ ਕਿੰਨੀਆਂ ਨਿਸ਼ਾਨੀਆਂ ਨੇ। ਜੇ 2-4 ਵੀ ਹਨ ਤੇ ਸਮਝ ਲਓ ਅਸੀਂ ਭਾਗਾਂ ਵਾਲੇ ਹਾਂ। ਮਹਾਰਾਜ ਕਹਿੰਦੇ ਨੇ ਗੁਰਮੁਖਾਂ ਦੀ, ਸਨਮੁਖਾਂ ਦੀ ਪਹਿਲੀ ਨਿਸ਼ਾਨੀ ਇਹ ਹੈ, ਉਹ ਪਾਪਾਂ ਵਾਲੇ ਪਾਸੇ ਨੂੰ ਪਿੱਠ ਕਰਦੇ ਨੇ ਤੇ ਪੁੰਨ ਵਾਲੇ ਪਾਸੇ ਦੇ ਸਨਮੁਖ ਹੁੰਦੇ ਨੇ। ਦੂਸਰੀ ਨਿਸ਼ਾਨੀ ਗੁਰਮੁਖਾਂ ਦੀ ਇਹ ਹੈ, ਉਹ ਕਿਸੇ ਦੀ ਉਪਮਾ ਜੇ ਉਹਨਾਂ ਦੇ ਸਾਹਮਣੇ ਕੀਤੀ ਜਾਵੇ ਤੇ ਖੁਸ਼ ਹੁੰਦੇ ਨੇ। ਤੀਸਰੀ ਨਿਸ਼ਾਨੀ ਇਹ ਵੀ ਉਹ ਕਿਸੇ ਦੂਜੇ ਦੀ ਸੇਵਾ ਕਰਕੇ ਪ੍ਰਸੰਨਤਾ ਹਾਸਲ ਕਰਦੇ ਨੇ। ਚੌਥੀ ਨਿਸ਼ਾਨੀ ਜਿਹੜਾ ਉਹਨਾਂ ਨੂੰ ਚੰਗੀ ਮੱਤ ਦੇਵੇ, ਚੰਗੀ ਸਿੱਖਿਆ ਦੇਵੇ, ਉਹਦਾ ਧੰਨਵਾਦ ਕਰਦੇ ਨੇ। ਪੰਜਵੀਂ ਨਿਸ਼ਾਨੀ ਇਹ ਵੀ ਜਿਵੇਂ ਸਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਨਾ ਜੀ, ਅਸੀਂ ਵਾਰ-ਵਾਰ ਪ੍ਰਸ਼ਾਦਾ ਛਕਦੇ ਹਾਂ। ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਵਾਰ-ਵਾਰ ਰੱਬ ਦੇ ਨਾਂ ਦੀ ਪਿਆਸ ਲੱਗਦੀ, ਵਾਰ-ਵਾਰ ਬਾਣੀ ਪੜ੍ਹਦੇ ਨੇ, ਵਾਰ-ਵਾਰ ਨਾਮ ਜਪਦੇ ਨੇ। ਛੇਵੀਂ ਅਵਸਥਾ ਉਹਨਾਂ ਗੁਰਮੁਖਾਂ ਦੀ ਇਹ ਹੈ ਵੀ ਉਹ ਆਪਣੇ ਜੀਵਨ ਸਾਥੀ ਦੇ ਪ੍ਰਤੀ ਵਫਾਦਾਰ ਨੇ। ਸੱਤਵੀਂ ਨਿਸ਼ਾਨੀ ਇਹ, ਜਿਹੜੀਆਂ ਗੱਲਾਂ ਤੋਂ ਝਗੜਾ ਬਣਦਾ ਉਹਨਾਂ ਤੋਂ ਦੂਰ ਰਹਿੰਦੇ ਨੇ। ਅੱਠਵੀਂ ਨਿਸ਼ਾਨੀ ਇਹ, ਉਹਨਾਂ ਦੀ ਸੇਵਾ ਕਰਦੇ ਨੇ ਜਿਹੜੇ ਭਗਤੀ ਕਰਕੇ ਬਹੁਤ ਉੱਚੇ ਹੋ ਗਏ। ਨੌਵੀਂ ਨਿਸ਼ਾਨੀ ਗੁਰਮੁਖਾਂ ਦੀ ਮਹਾਰਾਜ ਨੇ ਆਖਿਆ ਇਹ ਹੈ ਵੀ ਜਿਹੜੇ ਗੁਰੂ ਕੇ ਸਿੱਖ ਨੇ, ਉਹ ਜਿੱਡੀ ਮਰਜ਼ੀ ਉੱਚੀ ਪਦਵੀ ਤੇ ਬੈਠ ਜਾਣ, ਪਰ ਪਦਵੀ ਦਾ ਹੰਕਾਰ ਨਹੀਂ ਕਰਦੇ। 10ਵੀਂ ਨਿਸ਼ਾਨੀ ਇਹ ਹੈ, ਉਹ ਖੋਟੀ ਸੰਗਤ ਨਹੀਂ ਕਰਦੇ, ਗੁਰੂ ਦੀ ਸੰਗਤ ਕਰਦੇ ਨੇ, ਗੁਰਮੁਖਾਂ ਦਾ ਸੰਗ ਕਰਦੇ ਨੇ। ਤੇ ਮਨਮੁਖਾਂ ਦੀਆਂ ਮਹਾਰਾਜ ਨੇ 4 ਨਿਸ਼ਾਨੀਆਂ ਦੱਸੀਆਂ। ਸਭ ਤੋਂ ਪਹਿਲੀ ਨਿਸ਼ਾਨੀ ਈਰਖਾ, ਜੈਲਸ ਕਰਨੀ, ਹਰ ਇੱਕ ਦੇ ਨਾਲ ਨਫ਼ਰਤ ਕਰਨੀ। ਦੂਸਰੀ ਨਿਸ਼ਾਨੀ ਹਰ ਇੱਕ ਦੀ ਨਿੰਦਿਆ ਕਰਨੀ। ਤੀਸਰੀ ਨਿਸ਼ਾਨੀ ਹਉਮੈ ਰੱਖਣੀ, ਤੇ ਚੌਥੀ ਹੱਠ ਬਿਰਤੀ। ਇਹ 4 ਨਿਸ਼ਾਨੀਆਂ ਨੇ। 4 ਨਿਸ਼ਾਨੀਆਂ ਸਾਡੇ ਅੰਦਰ ਹੋਣਗੀਆਂ ਤੇ ਗੁਰੂ ਦੀ ਸਿੱਖਿਆ ਸਾਨੂੰ ਮਿੱਠੀ ਨਹੀਂ ਲੱਗੇਗੀ ਜੀ। ਸਤਿਗੁਰ ਸੇਵਿਆ ਨਾਮ ਮਨ ਵਸੈ, ਵਿੱਚੋ ਭ੍ਰਮ ਭਉ ਭਾਗੈ। ਜਦੋਂ ਮਹਾਰਾਜ ਕਹਿੰਦੇ ਨੇ ਗੁਰੂ ਕਾ ਸਿੱਖ ਸਤਿਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਗੁਰੂ ਦੀ ਸੇਵਾ ਕਰਦਾ ਹੈ, ਸਿਮਰਨ ਦਾ ਆਰ ਕਰਦਾ ਹੈ, ਉਹਦੇ ਅੰਦਰੋਂ ਸਾਰੇ ਭਰਮ ਭੁਲੇਖੇ, ਸਾਰੇ ਡਰ ਦੂਰ ਹੋ ਜਾਂਦੇ ਹਨ। ਜਿਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ, ਤਾ ਸਚ ਨਾਮ ਲਿਵ ਲਾਗੈ। ਮਹਾਰਾਜ ਕਹਿੰਦੇ ਨੇ ਸਿੱਖ ਜਿਵੇਂ ਦਾ ਆਪਣੇ ਗੁਰੂ ਨੂੰ ਜਾਣਦਾ ਹੈ ਨਾ ਜੀ, ਉਵੇਂ ਦੇ ਕਰਮ ਉਹਨੂੰ ਕਰਨੇ ਚਾਹੀਦੇ ਨੇ। ਇਸ ਤਰ੍ਹਾਂ ਦਾ ਯਤਨ ਕਰੇ ਕਿ ਸਿੱਖ ਆਪਣੇ ਗੁਰੂ ਦਾ ਸਰੂਪ ਬਣ ਜਾਏ। ਗੁਰੂ ਵਰਗੇ ਗੁਣ ਜਿਹੜੇ ਨੇ ਸਿੱਖ ਦੇ ਹਿਰਦੇ ਦੇ ਵਿੱਚ ਆ ਜਾਣ, ਫਿਰ ਉਹ ਆਪਣੇ ਗੁਰੂ ਦੇ ਵਿੱਚ ਲੀਨ ਹੋ ਜਾਂਦਾ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਹੈ ਨਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਇਸ ਤਰ੍ਹਾਂ ਚਾਹੀਦਾ ਜਿਵੇਂ ਪ੍ਰਮਾਤਮਾ ਆਪ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਜਦੋਂ ਇਸ ਤਰ੍ਹਾਂ ਦੇ ਗੁਣ ਸਾਡੇ ਅੰਦਰ ਆ ਜਾਣਗੇ, ਫਿਰ ਅਸੀਂ ਆਪਣੇ ਗੁਰੂ ਦੇ ਵਿੱਚ ਇਸ ਤਰ੍ਹਾਂ ਸਮਾ ਜਾਵਾਂਗੇ, ਗੁਰੂ ਦਾ ਰੂਪ ਬਣ ਜਾਵਾਂਗੇ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਨਾਨਕ ਨਾਮ ਮਿਲੈ ਵਡਿਆਈ,
ਹਰ ਦਰ ਸੋਹਨ ਆਗੈ। ਐਸੇ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਵਡਿਆਈ ਮਿਲਦੀ ਹੈ ਤੇ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਉਹ ਸ਼ੋਭਾ ਪਾਉਂਦੇ ਹਨ ਜੀ। ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀ। ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੈ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰੂ ਕੇ ਸਿੱਖਾਂ ਦੇ ਅੰਦਰ ਮਾਲਕ ਦਾ ਪ੍ਰੇਮ ਹੋਵੇ ਉਹ ਫਿਰ ਦੂਰ ਦਰਾਡੇ ਤੋਂ ਚੱਲ ਕੇ ਵੀ ਆਪਣੇ ਮਾਲਕ ਦੇ ਦਰਸ਼ਨ ਕਰਨ ਵਾਸਤੇ ਗੁਰੂ ਦੀ ਸੇਵਾ ਕਰਨ ਵਾਸਤੇ ਆ ਜਾਂਦੇ ਹਨ। ਹਰ ਨਾਮ ਵਨੰਜੈ ਰੰਗ ਸਿਓ, ਲਾਹਾ ਹਰ ਨਾਮ ਲੈ ਜਾਵੈ। ਪਰਮਾਤਮਾ ਦੇ ਨਾਮ ਦੇ ਵਪਾਰ ਕਰਨ ਵਾਲੇ ਗੁਰਮੁਖ ਪਿਆਰੇ ਗੁਰੂ ਦੇ ਦਰ ਤੇ ਆਏ, ਨਾਮ ਦਾ ਲਾਹਾ ਖਟਿਆ ਤੇ ਲਾਹਾ ਖੱਟ ਕੇ ਝੋਲੀਆਂ ਭਰ ਕੇ ਘਰਾਂ ਨੂੰ ਲੈ ਗਏ। ਗੁਰ ਸਿੱਖਾਂ ਕੇ ਮੁਖ ਉਜਲੇ, ਹਰ ਦਰਗਹਿ ਭਾਵੈ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਉਹਨਾਂ ਦੇ ਜਿਹੜੇ ਮੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਉਜਲੇ ਹੋ ਜਾਂਦੇ ਨੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ ਹੈ ਜੀ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵਡ ਭਾਗੀ ਸਿੱਖ ਗੁਣ ਸਾਂਝ ਕਰਾਵੈ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਬੋਲ ਹੈ। ਜਿਹੜੇ ਸੱਜਣ ਖੇਤੀਬਾੜੀ ਕਰਦੇ ਨੇ ਉਹ ਜਾਣਦੇ ਨੇ ਜਦੋਂ ਫਸਲ ਪੱਕ ਜਾਵੇ ਤੇ ਜ਼ਿਮੀਂਦਾਰ ਖੇਤ ਵਿੱਚ ਦਾਣਿਆਂ ਦਾ ਬੋਲ ਲਗਾਉਂਦਾ ਹੈ। ਬੋਲ ਦੇ ਵਿੱਚ ਬਹੁਤ ਸਾਰੇ ਫਸਲ ਦੇ ਦਾਣੇ ਹੁੰਦੇ ਨੇ ਤੇ ਬੋਲ ਨੂੰ ਵੇਖ ਕੇ ਉਹਨੂੰ ਬੜਾ ਆਨੰਦ ਆਉਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਹੈ ਪ੍ਰਮਾਤਮਾ ਦੇ ਨਾਮ ਦਾ ਬੋਲ ਹੈ ਤੇ ਬਹੁਤ ਵੱਡੇ ਭਾਗਾਂ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਉਸ ਬੋਲ ਦੇ ਵਿੱਚੋਂ ਨਾਮ ਦੀਆਂ ਦਾਤਾਂ, ਨਾਮ ਦੀਆਂ ਝੋਲੀਆਂ ਭਰਦੇ ਹਨ ਜੀ। ਤਿਨਾ ਗੁਰ ਸਿੱਖਾਂ ਕਉ ਹਾਉ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰੂ ਕੇ ਸਿੱਖ ਉੱਠਦੇ ਬਹਿੰਦੇ ਕੰਮਕਾਰ ਕਰਦੇ ਹਰ ਵੇਲੇ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖੋ ਰਹਿਮਤ ਕਰਨ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਾਵਨ ਸ਼ਬਦ ਰਾਮਕਲੀ ਦੱਖਣੀ ਦੇ ਵਿੱਚ ਓੰਕਾਰ ਬਾਣੀ ਦੇ ਵਿੱਚੋਂ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸੰਖੇਪ ਅਰਥ ਕਰੀਏ ਜੀ। ਲਾਹਾ ਨਾਮ ਰਤਨ ਜਪ ਸਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਭ ਤੋਂ ਸ਼੍ਰੇਸ਼ਟ ਹੈ। ਹੀਰਿਆਂ ਦੇ ਨਾਲੋਂ, ਮੋਤੀਆਂ ਦੇ ਨਾਲੋਂ, ਜਵਾਹਰਾਤਾਂ ਦੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ। ਤੇ ਪੰਡਤ ਨੂੰ ਉਪਦੇਸ਼ ਕਰਦਿਆਂ ਮਹਾਰਾਜ ਕਹਿੰਦੇ ਨੇ ਐ ਪੰਡਤ, ਉਸ ਪ੍ਰਮਾਤਮਾ ਦਾ ਨਾਮ ਸਾਨੂੰ ਸਾਰਿਆਂ ਨੂੰ ਜਪਣਾ ਚਾਹੀਦਾ ਹੈ ਜੀ। ਲਬ ਲੋਭ ਬੁਰਾ ਅਹੰਕਾਰ। ਮਹਾਰਾਜ ਕਹਿੰਦੇ ਨੇ ਜ਼ੁਬਾਨ ਦਾ ਚਸਕਾ, ਮਾਇਆ ਦਾ ਲਾਲਚ ਤੇ ਹੰਕਾਰ, ਇਹ ਬਹੁਤ ਬੁਰੇ ਕਰਮ ਹਨ ਜੀ। ਲਾੜੀ ਚਾੜੀ ਲਾਏ ਤਬਾਰ। ਸਾਹਿਬ ਕਹਿੰਦੇ ਨੇ ਲਾਹਾ ਚੜਾ ਦੀਆਂ ਗੱਲਾਂ ਕਰਨੀਆਂ, ਚੁਗਲੀ ਕਰਨੀ। ਕਈ ਵਾਰ ਆਪਾਂ ਵੇਖਿਆ ਨਾ ਜੀ ਵੀ ਕਈ ਐਸੇ ਸੱਜਣ ਹੁੰਦੇ ਨੇ ਜਿਹੜੇ ਕਿਸੇ ਦੀ ਨਿੰਦਿਆ ਕਰਨ, ਕਿਸੇ ਦੀ ਸਿਫਤ ਕਰਨ, ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲਹਾ ਚੜਾ ਦੇ ਬਚਨ ਕਰਨੇ, ਨਿੰਦਿਆ ਕਰਨੀ, ਚੁਗਲੀ ਕਰਨੀ, ਇਹ ਸਾਰੇ ਕਰਮ ਮਾੜੇ ਹਨ ਜੀ। ਮਨ ਮੁਖ ਅੰਧਾ ਮੁਗਧ ਗਵਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਮਨਮੁਖ ਨੇ ਉਹ ਇਸ ਤਰ੍ਹਾਂ ਦੇ ਕਰਮ ਕਰਦੇ ਨੇ, ਚੁਗਲੀਆਂ ਕਰਦੇ ਨੇ, ਲਹਾ ਚੜਾ ਦੀਆਂ ਬਾਤਾਂ ਪਾਉਂਦੇ ਨੇ, ਵਿਕਾਰਾਂ ਵਿੱਚ ਖਚਤ ਰਹਿੰਦੇ ਹਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਕਮਲੇ ਹਨ, ਮੂਰਖ ਹਨ ਜੀ। ਲਾਹੇ ਕਾਰਨ ਆਇਆ ਜਗ। ਸਾਹਿਬ ਕਹਿੰਦੇ ਨੇ ਮਨੁੱਖ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ
ਲਾਹਾ ਲੈਣ ਵਾਸਤੇ ਆਇਆ ਹੈ। ਹੋਏ ਮਜੂਰ ਗਿਆ ਠਗਾਏ ਠੱਗ। ਵੇਖੋ ਕੈਸੀ ਵਿਡੰਬਨਾ ਹੈ ਜੀ। ਮਨੁੱਖ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਆਇਆ, ਮਾਲਕ ਬਣ ਕੇ ਆਇਆ ਤੇ ਮਾਇਆ ਦਾ ਨੌਕਰ ਬਣ ਕੇ ਰਹਿ ਗਿਆ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਮਨੁੱਖ ਪਰਮਾਤਮਾ ਦੀ ਅੰਸ਼ ਸੀ, ਪਰਮਾਤਮਾ ਦਾ ਪੁੱਤਰ ਸੀ, ਪਰ ਮਾਇਆ ਦਾ ਨੌਕਰ ਬਣ ਕੇ, ਮਜ਼ਦੂਰ ਬਣ ਕੇ ਜੀਵਨ ਨੂੰ ਗਵਾ ਲੈਂਦਾ ਹੈ ਜੀ। ਲਾਹਾ ਨਾਮ ਪੂੰਜੀ ਵੇਸਾਹੋ। ਜਿਹੜੇ ਗੁਰਮੁਖਾਂ ਨੇ, ਮਹਾਰਾਜ ਕਹਿੰਦੇ ਨੇ, ਸ਼ਰਧਾ ਨੂੰ ਆਪਣੀ ਪੂੰਜੀ ਬਣਾਇਆ, ਉਹ ਨਾਮ ਦਾ ਲਾਹਾ ਪ੍ਰਾਪਤ ਕਰਦੇ ਹਨ ਜੀ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹੋ। ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਫਿਰ ਸੱਚੀ ਇੱਜ਼ਤ, ਸੱਚੀ ਪਤ ਬਖਸ਼ਿਸ਼ ਕਰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਨੂੰ ਸਮਰਪਿਤ ਹੋਏ ਗੁਰੂ ਕੇ ਗੁਰਮੁਖ ਪਿਆਰਿਆਂ ਦੀ ਵਡਿਆਈ ਕੀਤੀ, ਨਾਮ ਜਪਣ ਵਾਲਿਆਂ ਦੀ ਮਹਿਮਾ ਨੂੰ ਮੇਰੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਇੱਕ ਜ਼ਰੂਰੀ ਬੇਨਤੀ ਹੈ ਕਿ ਸੰਨ 1947 ਤੋਂ ਪਹਿਲਾਂ ਜਦੋਂ ਸਾਡੇ ਗੁਰਦੁਆਰਿਆਂ ਦੇ ਵਿੱਚ ਮਹੰਤ ਕਾਬਜ਼ ਸਨ, ਅੰਗਰੇਜ਼ ਸਰਕਾਰ ਦੀ ਸ਼ਹਿ ਦੇ ਨਾਲ ਮਹੰਤਾਂ ਨੇ ਗੁਰਦੁਆਰਿਆਂ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਪਰੰਪਰਾਵਾਂ ਨੂੰ ਬੜੀ ਢਾਹ ਲਾਈ ਤੇ ਉਹਨਾਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਗੁਰੂ ਕੇ ਸਿੱਖਾਂ ਨੇ ਮੋਰਚੇ ਲਾਏ, ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਇਸੇ ਤਰ੍ਹਾਂ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸਥਾਨ ਹੈ। ਉੱਥੋਂ ਦੇ ਮਹੰਤ ਦੀਆਂ ਆਪ ਹੁਦਰੀਆਂ ਨੂੰ ਬੰਦ ਕਰਨ ਵਾਸਤੇ ਗੁਰੂ ਕੇ ਸਿੱਖਾਂ ਨੇ ਮੋਰਚਾ ਲਾਇਆ। ਇਸ ਵਾਰ ਉਸ ਮੋਰਚੇ ਨੂੰ 100 ਸਾਲ ਹੋ ਜਾਣਾ ਹੈ। 6, 7 ਤੇ 8 ਅਗਸਤ ਨੂੰ ਗੁਰੂ ਕੇ ਬਾਗ ਮੋਰਚੇ ਦੀ ਪਹਿਲੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਪੰਥ ਵੱਲੋਂ ਮਨਾਈ ਜਾ ਰਹੀ ਹੈ। ਆਪ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। 7 ਤਰੀਕ ਨੂੰ ਭਾਰੀ ਅੰਮ੍ਰਿਤ ਸੰਚਾਰ ਹੋਣਗੇ। ਸੋ ਸਾਰੀ ਸੰਗਤ ਦਾ ਧੰਨਵਾਦ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ। ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਸ਼ੁਕਰ। ਗੁਰੂ ਕੀ ਸੰਗਤ ਦਾ ਧੰਨਵਾਦ। ਸਿੱਖ ਪੰਥ ਦੀ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬਾਨ, ਉਹਨਾਂ ਦਾ ਧੰਨਵਾਦ ਜੀ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ। ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਵੇਸਾਹੋ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।